ਸੋ ਇਸ ਵੇਲੇ ਸਾਡੇ ਨਾਲ ਮੌਜੂਦ ਹੈਗੇ ਨੇ ਮਦਨ ਗੁਪਤਾ ਸਪਾਟੂ। ਇਸ ਤੋਂ ਬਾਅਦ ਕੁਝ ਦੱਸਣ ਦੀ ਲੋੜ ਨਹੀਂ ਰਹਿ ਜਾਂਦੀ ਵੀ ਇਹ ਕੌਣ ਚੀਜ਼ ਨੇ। ਕੋਈ ਅਜਿਹਾ ਕਿਸੇ ਵੀ ਖੇਤਰ ਦਾ ਸੈਲੀਬ੍ਰਿਟੀ ਹੋਵੇ ਜਿਹੜਾ ਸ਼ਾਇਦ ਇਹਨਾਂ ਕੋਲ ਨਾ ਕਦੀ ਜ਼ਿੰਦਗੀ 'ਚ ਆਇਆ ਹੋਵੇ। ਅੱਜ ਕੈਪਟਨ ਅਮਰਿੰਦਰ ਸਿੰਘ ਚਰਚਾ 'ਚ ਆ ਗਏ ਨੇ, ਕਿਉਂਕਿ ਸਾਨੂੰ ਇਸ ਚੀਜ਼ ਦਾ ਪਤਾ ਹੈਗਾ ਤੁਹਾਡੇ ਉਹ ਕਲਾਇੰਟ ਵੀ ਰਹੇ ਨੇ ਕੈਪਟਨ ਅਮਰਿੰਦਰ ਸਿੰਘ, ਤੇ ਉਹਨਾਂ ਨੇ ਅੱਜ ਕਹਿੰਦੇ ਆਪਣੀ ਜਿੱਤ ਨੂੰ ਲੈ ਕੇ ਕਿ ਉਹ ਕਟੜਾ ਜਿਹੜਾ ਹੁੰਦਾ ਉਹ ਦਾਨ ਕੀਤਾ ਹੈਗਾ। ਸੋ ਕੁਛ ਇਹਦੇ ਨਾਲ ਫਰਕ ਪੈਂਦਾ ਹੁੰਦਾ ਹੈ ਜੀਆਂ ਗੱਲਾਂ ਨਾਲ। ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਉਮੀਦਵਾਰ ਹੋਏਗਾ ਪੂਰੇ ਇੰਡੀਆ ਵਿੱਚ, ਕਿਸੇ ਵੀ ਧਰਮ ਦਾ ਹੋਵੇ, ਉਹ ਐਸਟਰੋਲੋਜੀ ਦਾ ਸਹਾਰਾ ਜ਼ਰੂਰ ਲੈਂਦਾ ਹੈ, ਕਿਉਂਕਿ ਪਿਆਰ ਵਾਰ ਤੇ ਇਲੈਕਸ਼ਨ ਵਿੱਚ ਸਭ ਕੁਝ ਜਾਇਜ਼ ਹੈ। ਜਦੋਂ ਸ਼ਰਾਬਾਂ ਵੰਡੀਆਂ ਜਾਂਦੀਆਂ ਨੇ, ਪੈਸੇ ਵੰਡੇ ਜਾਂਦੇ ਨੇ, ਤੇ ਫਿਰ ਐਸਟਰੋਲੋਜੀ ਦੇ ਵੀ ਤਾਂ ਉਪਾਅ ਕੀਤੇ ਜਾਂਦੇ ਨੇ। ਭਾਵੇਂ ਉੱਪਰੋਂ ਜੋ ਮਰਜ਼ੀ ਕਹਿਣ ਕਿ ਅਸੀਂ ਨਹੀਂ ਜਾਣਦੇ, ਅਸੀਂ ਬਿਲੀਵ ਨਹੀਂ ਕਰਦੇ। ਮੇਰੇ ਖਿਆਲ ਹਿੰਦੁਸਤਾਨ ਵਿੱਚ ਕੋਈ ਹੀ ਪੋਲੀਟੀਸ਼ੀਅਨ ਇਸ ਤਰ੍ਹਾਂ ਦਾ ਹੋਏਗਾ ਜਿਹੜਾ ਐਸਟਰੋਲੋਜੀ ਵਿੱਚ ਬਿਲੀਵ ਨਾ ਕਰਦਾ ਹੋਵੇ। ਬੰਬੇ ਤੋਂ ਤੁਹਾਡਾ ਕਿੱਧਰ ਇਸ਼ਾਰਾ ਹੈ? ਤੁਸੀਂ ਜਾਣਦੇ ਹੀ ਹੋ ਜਿਹੜੇ ਜ਼ਿਆਦਾ ਕ੍ਰਿਟੀਸਾਈਜ਼ ਕਰਦੇ। ਚਰਨਜੀਤ ਚੰਨੀ ਜਦੋਂ ਕਹਿੰਦੇ ਵੀ ਸੀਐਮ ਇੱਕਦਮ ਬਣ ਗਏ ਸੀ, ਇਤਫਾਕ ਕਹਿ ਲਓ ਵੀ ਘਟਨਾਕ੍ਰਮ ਕੁਛ ਇਹੋ ਜਿਹੇ ਹੋਏ ਸੀ, ਉਹਨਾਂ ਨਾਲ ਦੋ ਗੱਲਾਂ ਜੁੜ ਗਈਆਂ ਸੀ। ਕਹਿੰਦੇ ਇੱਕ ਤਾਂ ਉਹਨਾਂ ਨੂੰ ਕਿਸੇ ਹੋਰ ਜੋਸ਼ੀ ਨੇ ਸਲਾਹ ਦਿੱਤੀ ਸੀ ਵੀ ਤੁਸੀਂ ਹਾਥੀ ਤੇ ਚੜ੍ਹ ਜਾਓ ਤੇ ਤੁਸੀਂ ਸੀਐਮ ਬਣ ਜਾਓਗੇ, ਜਾਂ ਫਿਰ ਕਹਿੰਦੇ ਸੀ ਉਹ ਗਰਮੀ ਦੇ ਵਿੱਚ ਵੀ ਨਾ ਲੋਈ ਲੈ ਕੇ ਘੁੰਮਦੇ ਰਹੇ ਸੀਗੇ। ਕਿਸੇ ਨੇ ਕਿਹਾ ਸੀ ਵੀ ਲੋਈ ਨਾ ਉਤਾਰੀ। ਇਹ ਚੀਜ਼ਾਂ ਮਾਇਨੇ ਰੱਖਦੀਆਂ, ਕਾਊਂਟ ਕਰਦੀਆਂ, ਕਿਉਂਕਿ ਲੋਈ ਉਹਨਾਂ ਨੇ ਹਲੇ ਵੀ ਨਹੀਂ ਛੱਡੀ ਹੈ। ਮਜ਼ੇ ਦੀ ਗੱਲ ਹੈ ਕਿ ਫਰਵਰੀ ਦੇ ਵਿੱਚ ਹੀ ਇਲੈਕਸ਼ਨ ਸ਼ੁਰੂ ਹੋਏ, ਤਕਰੀਬਨ ਫਰਵਰੀ ਵਿੱਚ ਹੀ 5 ਗ੍ਰਹਿ ਚੇਂਜ ਹੋ ਗਏ। ਅੱਛਾ, ਹੋਰ ਮਜ਼ੇ ਦੀ ਗੱਲ ਸੁਣੋ ਕਿ 20 ਫਰਵਰੀ ਨੂੰ ਪੰਜਾਬ ਦਾ ਇਲੈਕਸ਼ਨ ਹੈ। 19 ਫਰਵਰੀ ਯਾਨੀ ਸ਼ਨੀਵਾਰ ਕੱਲ ਜਿਹੜਾ ਗੁਰੂ ਹੈ ਜੁਪੀਟਰ, ਜਿਸ ਨੂੰ ਬ੍ਰਿਹਸਪਤੀ ਬੋਲਦੇ, ਉਹ ਅਸਤ ਹੋ ਰਿਹਾ ਹੈ। ਇਸ ਦਾ ਜਿਹੜਾ ਪ੍ਰਭਾਵ ਹੈ ਉਹ ਪੂਰੇ ਇਲੈਕਸ਼ਨ ਤੇ ਪਏਗਾ, ਸਾਰੇ ਕੈਂਡੀਡੇਟਸ ਤੇ ਪਏਗਾ। ਤੁਹਾਨੂੰ ਯਾਦ ਹੋਏਗਾ ਇੱਕ ਕੇਂਦਰੀ ਮੰਤਰੀ ਹੈਗੇ ਸੀ, ਜਦੋਂ ਉਹਨਾਂ ਦਾ ਕੋਈ ਚੱਕਰ ਪਿਆ ਸੀ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਵਿੱਚ, ਚੰਡੀਗੜ੍ਹ ਲਈ ਸੀ ਕੇਂਦਰੀ ਮੰਤਰੀ, ਉਹਨਾਂ ਨੇ ਉਹਨਾਂ ਕੋਲੋਂ ਇੱਕ ਬੱਕਰੀ ਦਾਨ ਕਰਾਈ ਸੀ। ਅਮਰਿੰਦਰ ਸਿੰਘ ਜੀ ਜਦੋਂ ਪਹਿਲੀ ਵਾਰੀ ਬਣੇ 2002, ਉਹਨਾਂ ਦੀ ਓਰੀਜਨਲ ਕੁੰਡਲੀ ਜਿਹੜੀ ਮੋਟੀ ਵਾਲੀ ਹੁੰਦੀ ਹੈ, ਪਟਿਆਲੇ ਦੀ ਬਣੀ ਹੋਈ, ਉਹ ਮੇਰੇ ਕੋਲ ਆਈ ਸੀ, ਤੇ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਤੁਸੀਂ ਇਸ ਵਾਰੀ ਜਿੱਤੋਗੇ। ਛੋਟੇ ਮੋਟੇ ਕਈ ਉਪਾਏ। 50 ਸਾਲ ਆਏ ਇਹਨਾਂ ਨੇ ਕਾਂਗਰਸ 'ਚ। ਠੀਕ ਹੈ, ਇਹ ਸ਼ਨੀ ਦੀ ਸਾੜਸਤੀ ਨੇ ਕਰਾਇਆ, ਸ਼ਨੀ ਦੀ ਦਸ਼ਾ ਨੇ ਕਰਾਇਆ। ਮਤਲਬ ਚਰਨਜੀਤ ਦੀ ਗੱਲ ਕਰ ਲਈਏ, ਭਗਵੰਤ ਮਾਨ, ਸੁਖਬੀਰ ਬਾਦਲ, ਸਾਰੇ 5-7 ਹੈਗੇ ਨੇ ਜਿਹੜੇ ਟੌਪ ਦੇ ਹੈਗੇ। ਇਹਨਾਂ ਦੀ ਸਾਰੀ ਦੀ ਕੁੰਡਲੀਆਂ ਮੇਰੇ ਕੋਲ ਹੈਗੀਆਂ। ਛੋਟਾ ਇੱਕ ਸਵਾਲ ਮੇਰੇ ਮਨ 'ਚ ਆ ਗਿਆ। ਤੁਸੀਂ ਕਹਿ ਰਹੇ ਹੋ ਇਹ ਇੱਕ ਤਰ੍ਹਾਂ ਦਾ ਵਿਗਿਆਨ ਹੈਗਾ, ਇਹਦੇ 'ਚ ਕੋਈ ਤੁਕਬੰਦੀ ਨਹੀਂ ਹੁੰਦੀ, ਕਿਸੇ ਨਤੀਜੇ 'ਤੇ ਜਾ ਕੇ ਆਪਾਂ ਗੱਲ ਕਰਦੇ ਹੁੰਦੇ ਹਾਂ, ਤੇ ਫਿਰ ਉਪਾਅ ਕਰਨ ਨਾਲ ਇਹ ਵਿਗਿਆਨ ਚੇਂਜ ਹੋ ਜਾਂਦਾ। ਫਿਰ ਵਾਸਤੂ ਦਾ ਉਪਾਅ ਕੀਤਾ ਕਿ ਨਾਰਥ ਈਸਟ ਦੀ ਡਾਇਰੈਕਸ਼ਨ ਖੋਲੀ, ਉਹ ਅਲੱਗ ਗੱਲ ਹੈ ਕਿ ਐਡਮਿਨਿਸਟ੍ਰੇਸ਼ਨ ਨੇ ਬੰਦ ਕਰਾਤੀ। ਸੜਕ ਵਾਲਾ ਮਸਲਾ ਸੀ ਚੰਨੀ ਦਾ ਜਿਹੜਾ, ਜੀ, ਤੇ ਉਹ ਵੀ ਬਿਲਕੁਲ ਕੋਈ ਨਾ ਕੋਈ ਉਪਾਅ ਤਾਂ ਹੁੰਦਾ ਹੀ ਹੈ। ਚੰਨੀ ਤੇ ਨਵਜੋਤ ਸਿੱਧੂ ਬਾਰੇ ਤਾਂ ਮਸ਼ਹੂਰ ਹੈ, ਕਹਿੰਦੇ ਉਹਨਾਂ ਨੇ ਇੱਕ ਪੰਡਤ ਪੱਕਾ ਹੀ ਉਸੇ ਬਿਠਾਇਆ ਹੈ ਵੈਸ਼ਨੋ ਦੇਵੀ, ਤੇ ਉਹ ਕਰੀ ਜਾ ਰਿਹਾ ਪੂਜਾ ਅਰਚਨਾ। ਇਹ ਚੀਜ਼ਾਂ ਕੰਮ ਕਰਦੀਆਂ। ਫਿਰ ਦਾਨ ਹੀ ਹੋ ਗਿਆ, ਬੱਕਰੀ ਦਾ ਦਾਨ ਹੋ ਗਿਆ, ਸੱਪ ਨੂੰ ਦੁੱਧ ਪਿਲਾਉਣ ਦੀ ਗੱਲ ਹੋ ਗਈ। ਅੱਛਾ, ਤੁਸੀਂ ਸੱਪ ਨੂੰ ਦੁੱਧ ਵਾਲੀ ਕੀਤੀ ਹੈ, ਦੱਸਿਆ ਸੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਉਪਾਅ ਇਹ? ਚਲੋ ਇਹ ਤੇ ਜਵਾਬ ਜਾਣਨਾ ਚਾਹਾਂਗਾ। ਕਹਿੰਦੇ ਤੁਸੀਂ ਸ਼ਾਇਦ ਉਪਾਅ ਦੱਸਿਆ ਸੀ ਉਹਨਾਂ ਨੂੰ। ਅੱਛਾ, ਤੁਸੀਂ ਹੁਣ ਇਹ ਜਿਹੜੇ ਵੱਡੇ ਵੱਡੇ ਪੰਜਾਬ ਦੇ ਮਤਲਬ ਪਾਰਟੀਆਂ ਵੱਲੋਂ, ਸੁਖਬੀਰ ਬਾਦਲ, ਅਕਾਲੀ ਦਲ ਵੱਲੋਂ ਸੀਐਮ ਨੇ, ਇਹਨਾਂ ਦਾ ਕੀ ਲੱਗਦਾ ਹੈ ਸਿਆਸੀ ਭਵਿੱਖ ਗ੍ਰਹਿਆਂ ਦੀ ਦਸ਼ਾ ਨਾਲ ਕੀ? ਅੱਛਾ, ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕੱਟਾ ਦਾਨ ਕੀਤਾ, ਉਹ ਕੋਈ ਫਰਕ ਪਾਏਗਾ ਉਹਨਾਂ ਨੂੰ? ਕਿਉਂਕਿ ਹੈ ਕਿਸੇ ਜੋਸ਼ੀ ਦੀ ਸਲਾਹ ਹੀ ਹੈ ਉਹਨਾਂ ਨੂੰ, ਉਹਦੇ 'ਚ ਹੈਗਾ ਵੀ ਸ਼ਨੀਦੇਵ ਨੂੰ ਖੁਸ਼ ਕਰਨਾ ਤੇ ਕਾਲੀ ਮਾਂ ਨੂੰ ਖੁਸ਼ ਕਰਨਾ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸੋ ਜਿਵੇਂ ਕਿ ਸਭ ਜਾਣਦੇ ਨੇ ਕਿ ਸਿਰਫ ਮੋਟੇ ਤੌਰ 'ਤੇ 48 ਘੰਟੇ ਬਚੇ ਹੈਗੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਨਵੀਂ ਸਰਕਾਰ ਬਣਨ ਨੂੰ ਲੈ ਕੇ, ਇੱਕ ਨਵੀਂ ਚੋਣ ਹੋਣ ਨੂੰ ਲੈ ਕੇ। ਸੋ ਹਰ ਕੋਈ, ਖਾਸ ਕਰ ਜੇ ਆਪਾਂ ਗੱਲ ਕਰ ਲਈਏ ਤਾਂ ਐਸਟਰੋਲੋਜੀ ਦਾ ਇਸ ਚੀਜ਼ ਨਾਲ ਕਿੰਨਾ ਕੁ ਸਿੱਧਾ ਵਾਸਤਾ ਹੈਗਾ। ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਪੰਜਾਬ ਦੇ, ਉਹ ਭਾਵੇਂ ਸਮਾਜਿਕ ਤੌਰ 'ਤੇ ਬਾਹਰ ਜ਼ਰੂਰ ਕਹਿੰਦੇ ਹੋਣਗੇ ਕਿ ਅਸੀਂ ਗ੍ਰਹਿਆਂ ਦੀ ਦਸ਼ਾ ਨੂੰ ਨਹੀਂ ਮੰਨਦੇ, ਅਸੀਂ ਨਹੀਂ ਮੰਨਦੇ ਵੀ ਕੋਈ ਗ੍ਰਹਿ ਉੱਪਰ ਥੱਲੇ ਹੋ ਕੇ ਸਾਡੀ ਕੋਈ ਦਸ਼ਾ ਦਿਸ਼ਾ ਬਦਲ ਸਕਦੇ ਨੇ। ਹਰ ਉਮੀਦਵਾਰ ਜਿੱਤਣ ਦਾ ਜਿਹੜਾ ਹੈਗਾ ਦਾਅਵਾ ਕਰ ਰਿਹਾ, ਭਾਵੇਂ ਆਪਾਂ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਭਾਵੇਂ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਗੱਲ ਕਰ ਲਈਏ, ਜਾਂ ਹੋਰ ਵੀ ਜਿਹੜੇ ਰਾਜਨੇਤਾ ਹੈਗੇ ਨੇ। ਸੋ ਇਸ ਵੇਲੇ ਸਾਡੇ ਨਾਲ ਮੌਜੂਦ ਹੈਗੇ ਨੇ
ਮਦਨ ਗੁਪਤਾ ਸਪਾਟੂ। ਇਸ ਤੋਂ ਬਾਅਦ ਕੁਝ ਦੱਸਣ ਦੀ ਲੋੜ ਨਹੀਂ ਰਹਿ ਜਾਂਦੀ ਵੀ ਇਹ ਕੌਣ ਚੀਜ਼ ਨੇ। ਕੋਈ ਅਜਿਹਾ ਕਿਸੇ ਵੀ ਖੇਤਰ ਦਾ ਸੈਲੀਬ੍ਰਿਟੀ ਹੋਵੇ ਜਿਹੜਾ ਸ਼ਾਇਦ ਇਹਨਾਂ ਕੋਲ ਨਾ ਕਦੀ ਜ਼ਿੰਦਗੀ 'ਚ ਆਇਆ ਹੋਵੇ। ਸੋ ਅੱਜ ਕੁਝ ਸਵਾਲ ਜਵਾਬ ਅਸੀਂ ਗ੍ਰਹਿਾਂ ਦੀ ਦਸ਼ਾ ਨਾਲ ਕੈਪਟਨ ਅਮਰਿੰਦਰ ਜਾਂ ਚਰਨਜੀਤ ਚੰਨੀ ਜਾਂ ਹੋਰ ਨੇਤਾਵਾਂ ਦੇ ਸਿਆਸੀ ਭਵਿੱਖ ਨੂੰ ਲੈ ਕੇ ਕਰਾਂਗੇ। ਸੋ ਗੁਪਤਾ ਸਾਹਿਬ, ਸਕਰੋਲ ਪੰਜਾਬ ਟੀਵੀ ਤੇ ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ। ਜੀ। ਸੋ ਸਪਾਟੂ ਸਾਹਿਬ, ਪਹਿਲਾ ਸਵਾਲ ਇਹੀ, ਅੱਜ ਕੈਪਟਨ ਅਮਰਿੰਦਰ ਸਿੰਘ ਚਰਚਾ 'ਚ ਆ ਗਏ ਨੇ ਕਿਉਂਕਿ ਸਾਨੂੰ ਇਸ ਚੀਜ਼ ਦਾ ਪਤਾ ਹੈਗਾ ਤੁਹਾਡੇ ਉਹ ਕਲਾਇੰਟ ਵੀ ਰਹੇ ਨੇ ਕੈਪਟਨ ਅਮਰਿੰਦਰ ਸਿੰਘ, ਤੇ ਉਹਨਾਂ ਨੇ ਅੱਜ ਕਹਿੰਦੇ ਆਪਣੀ ਜਿੱਤ ਨੂੰ ਲੈ ਕੇ ਕਿਉਂਕਿ ਕਟੜਾ ਜਿਹੜਾ ਹੁੰਦਾ ਉਹ ਦਾਨ ਕੀਤਾ ਹੈਗਾ। ਸੋ ਕੁਛ ਇਹਦੇ ਨਾਲ ਫਰਕ ਪੈਂਦਾ ਹੁੰਦਾ ਹੈ ਅਜਿਹੀਆਂ ਗੱਲਾਂ ਨਾਲ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਐਸਟਰੋਲੋਜੀ ਇੱਕ ਵਿਗਿਆਨ ਹੈ ਤੇ ਬਹੁਤ ਸਾਰੇ ਲੋਕ ਇਸ ਨੂੰ ਟਕੋਸਲਾ ਬੋਲਦੇ ਹੈ, ਜਦੋਂ ਕਿ ਟਕੋਸਲਾ ਨਹੀਂ ਹੈ। ਜੇ ਟਕੋਸਲਾ ਹੁੰਦਾ ਤਾਂ ਜਦੋਂ ਇਲੈਕਸ਼ਨਸ ਨਜ਼ਦੀਕ ਆਉਂਦੇ ਨੇ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਉਮੀਦਵਾਰ ਹੋਏਗਾ ਪੂਰੇ ਇੰਡੀਆ ਵਿੱਚ, ਕਿਸੇ ਵੀ ਧਰਮ ਦਾ ਹੋਵੇ, ਉਹ ਐਸਟਰੋਲੋਜੀ ਦਾ ਸਹਾਰਾ ਜ਼ਰੂਰ ਲੈਂਦਾ ਹੈ। ਕਿਉਂਕਿ ਪਿਆਰ ਵਾਰ ਤੇ ਇਲੈਕਸ਼ਨ ਵਿੱਚ ਸਭ ਕੁਝ ਜਾਇਜ਼ ਹੈ। ਸਾਮ ਦੰਡ ਭੇਦ ਸਾਰਾ ਕੁਝ ਕੀਤਾ ਜਾਂਦਾ ਹੈ। ਤੇ ਜਦੋਂ ਛੋਟੀ ਛੋਟੀ ਚੀਜ਼ਾਂ ਕੀਤੀਆਂ ਜਾਂਦੀਆਂ, ਜਦੋਂ ਸ਼ਰਾਬਾਂ ਵੰਡੀਆਂ ਜਾਂਦੀਆਂ ਨੇ, ਪੈਸੇ ਵੰਡੇ ਜਾਂਦੇ ਨੇ, ਤੇ ਫਿਰ ਐਸਟਰੋਲੋਜੀ ਦੇ ਵੀ ਤਾਂ ਉਪਾਅ ਕੀਤੇ ਜਾਂਦੇ ਨਾ। ਪੰਡਤਾਂ ਦੇ ਘਰ ਵੀ ਲੱਭੇ ਜਾਂਦੇ ਆ ਫਿਰ। ਬਿਲਕੁਲ ਬਿਲਕੁਲ ਲੱਭੇ ਜਾਂਦੇ ਨੇ, ਬਹੁਤ ਸਾਰੇ ਉਪਾਅ ਕਰਦੇ ਨੇ। ਤੇ ਇਹ ਜਿਹੜਾ ਸਿਲਸਿਲਾ ਕੋਈ ਨਵਾਂ ਨਹੀਂ ਹੈ। ਜਦੋਂ ਵੀ ਇਲੈਕਸ਼ਨ ਆਉਂਦੇ ਜਾਂ ਕੋਈ ਵੀ ਇੰਪੋਰਟੈਂਟ ਇਵੈਂਟ ਆਉਂਦਾ ਹੈ ਤੇ ਸਾਰੇ ਕੋਈ ਨਾ ਕੋਈ ਉਪਾਅ ਜ਼ਰੂਰ ਕਰਦੇ ਆ, ਭਾਵੇਂ ਉੱਪਰੋਂ ਜੋ ਮਰਜ਼ੀ ਕਹਿਣ ਕਿ ਅਸੀਂ ਨਹੀਂ ਜਾਣਦੇ, ਅਸੀਂ ਬਿਲੀਵ ਨਹੀਂ ਕਰਦੇ। ਮੇਰੇ ਖਿਆਲ ਹਿੰਦੁਸਤਾਨ ਵਿੱਚ ਕੋਈ ਹੀ ਪੋਲੀਟੀਸ਼ੀਅਨ ਇਸ ਤਰ੍ਹਾਂ ਦਾ ਹੋਏਗਾ ਜਿਹੜਾ ਐਸਟਰੋਲੋਜੀ ਵਿੱਚ ਬਿਲੀਵ ਨਾ ਕਰਦਾ ਹੋਵੇ, ਲੇਕਿਨ ਉੱਪਰੋਂ ਹਮੇਸ਼ਾ ਨਿਖੇਧੀ ਕਰਦਾ ਹੈ, ਭਾਵੇਂ ਉਹ ਕੋਈ ਬਾਬਾ ਹੋਵੇ ਜਾਂ ਕੋਈ ਪੋਲੀਟੀਸ਼ੀਅਨ ਹੋਵੇ। ਬਾਬੇ ਤੋਂ ਤੁਹਾਡਾ ਕਿੱਧਰ ਇਸ਼ਾਰਾ ਹੈ? ਤੁਸੀਂ ਜਾਣਦੇ ਹੀ ਹੋ, ਜਿਹੜੇ ਜ਼ਿਆਦਾ ਕ੍ਰਿਟੀਸਾਈਜ਼ ਕਰਦੇ ਉਹ ਜ਼ਿਆਦਾ ਬਿਲੀਵ ਕਰਦੇ ਆ। ਤੇ ਯੋਗ ਕਰਨ ਦਾ ਹੋਕਾ ਦਿੰਦੇ ਆ ਜਿਹੜੇ ਵੀ ਯੋਗ ਕਰਨਾ ਚਾਹੀਦਾ। ਅਸੀਂ ਤਾਂ ਯੋਗ ਦੱਸਦੇ ਆ ਕਿ ਤੁਹਾਡੀ ਕੁੰਡਲੀ ਵਿੱਚ ਯੋਗ ਕਿਹੜੇ ਕਿਹੜੇ ਹੈ, ਬਾਕੀ ਉਹ ਦੂਜੇ ਯੋਗ ਦੱਸਦੇ ਹੈਗੇ ਨੇ। ਸੋ ਆਪਾਂ ਗੱਲ ਕਰੀਏ ਸਪਾਟੂ ਸਾਹਿਬ, ਚਰਨਜੀਤ ਚੰਨੀ ਜਦੋਂ ਕਹਿੰਦੇ ਵੀ ਸੀਐਮ ਇੱਕਦਮ ਬਣ ਗਏ ਸੀ, ਇਤਫਾਕ ਕਹਿ ਲਓ ਵੀ ਘਟਨਾਕ੍ਰਮ ਕੁਛ ਇਹੋ ਜਿਹੇ ਹੋਏ ਸੀ, ਉਹਨਾਂ ਨਾਲ ਦੋ ਗੱਲਾਂ ਜੁੜ ਗਈਆਂ ਸੀ। ਕਹਿੰਦੇ ਇੱਕ ਤਾਂ ਉਹਨਾਂ ਨੂੰ ਕਿਸੇ ਹੋਰ ਜੋਸ਼ੀ ਨੇ ਸਲਾਹ ਦਿੱਤੀ ਸੀ ਵੀ ਤੁਸੀਂ ਹਾਥੀ ਤੇ ਚੜ੍ਹ ਜਾਓ ਤੇ ਤੁਸੀਂ ਸੀਐਮ ਬਣ ਜਾਓਗੇ, ਜਾਂ ਫਿਰ ਕਹਿੰਦੇ ਸੀ ਉਹ ਗਰਮੀ ਦੇ ਵਿੱਚ ਵੀ ਨਾ ਲੋਈ ਲੈ ਕੇ ਘੁੰਮਦੇ ਰਹੇ ਸੀਗੇ। ਕਿਸੇ ਨੇ ਕਿਹਾ ਸੀ ਵੀ ਲੋਈ ਨਾ ਉਤਾਰੀ। ਇਹ ਚੀਜ਼ਾਂ ਮਾਇਨੇ ਰੱਖਦੀਆਂ, ਕਾਊਂਟ ਕਰਦੀਆਂ, ਕਿਉਂਕਿ ਲੋਈ ਉਹਨਾਂ ਨੇ ਹਲੇ ਵੀ ਨਹੀਂ ਛੱਡੀ ਹੈ। ਜੀ ਸਰ, ਇਸ ਤਰ੍ਹਾਂ ਹੈਗਾ ਜੀ, ਤੁਸੀਂ ਕ੍ਰਿਕਟਰ ਦੇਖੇ ਨੇ ਜਿਹੜੇ ਵਰਲਡ ਕੱਪ ਵੀ ਜਿੱਤ ਲੈਂਦੇ ਨੇ ਜੀ, ਸ਼ਾਇਦ ਹੀ ਕੋਈ ਕ੍ਰਿਕਟਰ ਹੋਏਗਾ ਜਿਹੜਾ ਇਸ ਤਰ੍ਹਾਂ ਦੇ ਉਪਾਅ ਨਾ ਕਰਦਾ ਹੋਵੇ। ਅੱਛਾ, ਇਹ ਲੋਕ ਵੀ ਕਰਦੇ ਨੇ? ਬਿਲਕੁਲ, ਕਿਸੇ ਨੇ ਗਲੇ ਵਿੱਚ ਕੁਝ ਪਾਇਆ ਹੈ, ਕਿਸੇ ਨੇ ਹੱਥ ਵਿੱਚ ਕੁਝ ਪਾਇਆ ਹੈ, ਜਾਂ ਪਰਸ ਪਾ ਕੇ ਕੁਝ ਰੱਖਿਆ ਹੁੰਦਾ। ਬਿਲਕੁਲ ਬਿਲਕੁਲ ਕਰਕੇ ਜਾਂਦੇ ਆ। ਜਾਂ ਫਿਰ ਇੱਕ ਨੰਬਰ ਪਾਰਟਿਕੂਲਰ ਹੁੰਦਾ ਹੈ ਜਿਹੜੇ ਉਹਨਾਂ ਦੇ ਸ਼ਰਟ ਵਿੱਚ ਹੁੰਦਾ ਹੈ। ਇਹ ਛੋਟੇ ਛੋਟੇ ਟੋਟਕੇ, ਕਿਸੇ ਨੇ ਤਾਬੀਜ਼ ਪਾਇਆ ਹੋਇਆ। ਈਵਨ ਸਚਿਨ ਤੇਂਦੁਲਕਰ ਦੀ ਗੱਲ ਕਰੀਏ, ਉਹਦੇ ਵੀ ਤੁਸੀਂ ਦੇਖੋਗੇ ਤੇ ਕੁਛ ਨਾ ਕੁਛ ਪਾਇਆ ਹੁੰਦਾ ਹੈ। ਇਸੇ ਤਰ੍ਹਾਂ ਪੋਲੀਟਿਕਸ ਹੈ, ਕਿਉਂਕਿ ਪੋਲੀਟਿਕਸ ਬੜੀ ਅਨਪ੍ਰੈਡਿਕਟੇਬਲ ਹੈ। ਕੋਈ ਪਤਾ ਨਹੀਂ, ਕਰੋੜਾਂ ਰੁਪਏ ਲਾ ਕੇ ਤੁਸੀਂ ਜਿੱਤਦੇ ਹੋ ਜਾਂ ਹਾਰਦੇ ਹੋ, ਤੇ ਇਹ ਇੱਕ ਬੜਾ ਸੈਂਸਿਟਿਵ ਇਸ਼ੂ ਹੁੰਦਾ ਹੈ। ਹਰ ਬੰਦਾ ਚਾਹੁੰਦਾ ਹੈ ਕਿ ਮੈਂ ਜਿੱਤਾਂ, ਔਰ ਇੱਕ ਇਹ ਉਦੇਸ਼ ਹੋਣਾ ਵੀ ਚਾਹੀਦਾ ਜਦੋਂ ਇਲੈਕਸ਼ਨ ਵਿੱਚ ਹੋ ਤਾਂ ਜਿੱਤਣਾ ਤਾਂ ਤੁਹਾਡਾ ਲਕਸ਼ ਹੈ ਨਾ, ਤਾਂ ਉਸ ਨੂੰ ਪ੍ਰਾਪਤ ਕਰਨ ਵਾਸਤੇ ਬਹੁਤ ਬੜੀ ਚੀਜ਼ਾਂ ਕੀਤੀਆਂ ਜਾਂਦੀਆਂ ਨੇ। ਐਸਟਰੋਲੋਜਰ ਸੁਜੈਸਟ ਕਰਦੇ ਨੇ ਆਪਣੇ ਕਲਾਇੰਟਸ ਨੂੰ ਜਾਂ ਜਿਹੜਾ ਵੀ ਉਹਨਾਂ ਕੋਲ ਆਉਂਦਾ ਹੈ ਕਿ ਕੀ ਕੀਤਾ ਜਾਵੇ। ਤੇ ਇਹ ਡਿਪੈਂਡ ਕਰਦਾ ਉਹਨਾਂ ਦੀ ਦਸ਼ਾ ਕੀ ਚੱਲ ਰਹੀ ਹੈ, ਗ੍ਰਹਿ ਕੀ ਚੱਲ ਰਹੀ ਹੈ, ਗ੍ਰਹਾਂ ਦੀ ਚਾਲ ਕੀ ਚੱਲ ਰਹੀ ਹੈ, ਉਹਨਾਂ ਦੀ ਕੀ ਚੱਲ ਰਹੀ ਹੈ। ਤੇ ਇੱਕ ਇਸ ਨੂੰ ਮੰਡੇਨ ਐਸਟਰੋਲੋਜੀ ਬੋਲਦੇ, ਲੋਕ ਭਵਿਸ਼ਯ, ਕਿ ਜਿਸ ਤਰ੍ਹਾਂ ਹੋਰ ਇਲੈਕਸ਼ਨ ਹੈਗਾ, ਵੈਸੇ ਤਾਂ 5 ਰਾਜਾਂ ਵਿੱਚ ਚੱਲ ਰਿਹਾ ਇਲੈਕਸ਼ਨ। ਮਜ਼ੇ ਦੀ ਗੱਲ ਹੈ ਕਿ ਫਰਵਰੀ ਦੇ ਵਿੱਚ ਹੀ ਇਲੈਕਸ਼ਨ ਸ਼ੁਰੂ ਹੋਏ ਤਕਰੀਬਨ, ਫਰਵਰੀ ਵਿੱਚ ਹੀ 5 ਗ੍ਰਹਿ ਚੇਂਜ ਹੋ ਗਏ। ਅੱਛਾ, ਹੋਰ ਮਜ਼ੇ ਦੀ ਗੱਲ ਸੁਣੋ ਕਿ 20 ਫਰਵਰੀ ਨੂੰ ਪੰਜਾਬ ਦਾ ਇਲੈਕਸ਼ਨ ਹੈ। 19 ਫਰਵਰੀ ਯਾਨੀ ਸ਼ਨੀਵਾਰ ਕੱਲ ਜਿਹੜਾ ਗੁਰੂ ਹੈ ਜੁਪੀਟਰ, ਜਿਸ ਨੂੰ ਬ੍ਰਿਹਸਪਤੀ ਬੋਲਦੇ, ਉਹ ਅਸਤ ਹੋ ਰਿਹਾ ਹੈ। ਤੇ ਇਸ ਦਾ ਜਿਹੜਾ ਪ੍ਰਭਾਵ ਹੈ ਉਹ ਪੂਰੇ ਇਲੈਕਸ਼ਨ 'ਤੇ ਪਏਗਾ, ਸਾਰੇ ਕੈਂਡੀਡੇਟਸ 'ਤੇ ਪਏਗਾ। ਉਹਦਾ ਕ੍ਰਾਈਟੀਰੀਆ ਅਲੱਗ-ਅਲੱਗ ਹੈ ਕਿ ਕਿਸ ਦਾ ਗੁਰੂ ਕਿੱਥੇ ਬੈਠਿਆ ਹੈ ਕੁੰਡਲੀ ਵਿੱਚ, ਉਸ ਦੇ ਆਧਾਰ 'ਤੇ ਉਹਨਾਂ ਦੀ ਪ੍ਰਿਡਿਕਸ਼ਨ ਹੁੰਦੀ ਹੈ। ਤੁਸੀਂ ਗੱਲ ਕੀਤੀ ਕਿ ਬਹੁਤ ਸਾਰੇ ਟੋਟਕੇ ਕੀਤੇ ਜਾਂਦੇ ਨੇ, ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਕ੍ਰਿਕਟਰਸ ਟੋਟਕੇ ਕਰਦੇ ਨੇ।
ਤੁਹਾਨੂੰ ਯਾਦ ਹੋਏਗਾ ਇੱਕ ਕੇਂਦਰੀ ਮੰਤਰੀ ਹੈਗੇ ਸੀ, ਜਦੋਂ ਉਹਨਾਂ ਦਾ ਕੋਈ ਚੱਕਰ ਪਿਆ ਸੀ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਵਿੱਚ, ਚੰਡੀਗੜ੍ਹ ਵਾਲੀ ਸੀ ਕਿ ਕੇਂਦਰੀ ਮੰਤਰੀ? ਉਹਨਾਂ ਨੇ ਉਹਨਾਂ ਕੋਲੋਂ ਇੱਕ ਬੱਕਰੀ ਦਾਨ ਕਰਾਈ ਸੀ, ਯਾਦ ਹੈ? ਬਿਲਕੁਲ। ਅਮਰਿੰਦਰ ਸਿੰਘ ਜੀ ਜਦੋਂ ਪਹਿਲੀ ਵਾਰੀ ਬਣੇ 2002। ਉਹਨਾਂ ਦੀ ਓਰੀਜਨਲ ਕੁੰਡਲੀ ਜਿਹੜੀ ਮੋਟੀ ਵਾਲੀ ਹੁੰਦੀ ਹੈ ਪਟਿਆਲੇ ਦੀ ਬਣੀ ਹੋਈ, ਉਹ ਮੇਰੇ ਕੋਲ ਆਈ ਸੀ ਤੇ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਤੁਸੀਂ ਇਸ ਵਾਰੀ ਜਿੱਤੋਗੇ ਤੇ ਛੋਟੇ ਮੋਟੇ ਕਈ ਉਪਾਅ ਕੀਤੇ ਸੀਗੇ ਸਨ ਜੀ। ਠੀਕ ਹੈ। ਉਸ ਤੋਂ ਬਾਅਦ ਜਦੋਂ ਦੂਸਰੀ ਟਰਮ ਆਈ ਤੇ ਇਹ ਨਹੀਂ ਸੀ ਜਿੱਤੇ ਜੀ। ਫਿਰ ਤੀਜੀ ਟਰਮ ਵਿੱਚ ਫਿਰ ਜਿੱਤ ਗਏ ਸੀ। ਹੁਣ ਇਹਨਾਂ ਦੀ ਜਿਹੜੀ 60 ਚੱਲ ਰਹੀ ਹੈ, ਇੱਕ ਸ਼ਨੀ ਦੀ ਦਸ਼ਾ ਚੱਲ ਰਹੀ ਹੈ, ਸ਼ਨੀ ਵਿੱਚ ਕੇਤੂ ਚੱਲ ਰਿਹਾ ਤੇ ਤੁਸੀਂ ਦੇਖੋ ਕਿ ਜਦੋਂ ਇਹ ਵਾਲੀ ਸਿਚੁਏਸ਼ਨ ਦਸ਼ਾ ਇਹਨਾਂ ਦੀ ਸ਼ੁਰੂ ਹੋਈ, ਜਿਸ ਪਾਰਟੀ ਨਾਲ ਇਹ ਸ਼ੁਰੂ ਤੋਂ ਜੁੜੇ ਹੋਏ ਸਨ ਉੱਥੋਂ ਇਹਨਾਂ ਨੂੰ ਡਿਸਪਲੇਸ ਹੋਣਾ ਪੈ ਗਿਆ। 50 ਸਾਲ ਲਾਏ ਇਹਨਾਂ ਨੇ ਕਾਂਗਰਸ 'ਚ। ਠੀਕ ਹੈ ਨਾ? ਇਹ ਸ਼ਨੀ ਦੀ 60 ਨੇ ਕਰਾਇਆ, ਸ਼ਨੀ ਦੀ ਦਸ਼ਾ ਨੇ ਕਰਾਇਆ। ਹੁਣ ਵੀ ਇਹਨਾਂ ਦੀ ਕੁੰਡਲੀ ਸਾਡੇ ਸਾਹਮਣੇ ਹੈ, ਸ਼ਨੀ ਵਿੱਚ ਕੇਤੂ ਚੱਲ ਰਿਹਾ, ਇਹ ਕੋਈ ਬਹੁਤ ਅੱਛੀ ਦਸ਼ਾ ਨਹੀਂ ਹੈ। ਤੇ ਕੋਈ ਵੀ ਐਸਟ੍ਰੋਲੋਜਰ ਹੀ ਇਜ਼ ਨਾਟ ਗੋਡ, ਹੈ ਨਾ? ਇੱਕ ਕੈਲਕੂਲੇਸ਼ਨਸ ਹੁੰਦੀਆਂ ਨੇ, ਕੈਲਕੂਲੇਸ਼ਨਸ ਕਈ ਵਾਰੀ ਗਲਤ ਵੀ ਹੋ ਸਕਦੀਆਂ ਨੇ, ਲੇਕਿਨ ਫਿਰ ਵੀ ਐਸਟ੍ਰੋਲੋਜੀ ਜਿਹੜੀ ਹੈ 90% ਕਰੈਕਟ ਹੁੰਦੀ ਹੈ। ਉਹਦੇ ਹਿਸਾਬ ਨਾਲ ਜਿਹੜਾ ਮੈਨੂੰ ਲੱਗਦਾ ਹੈ, ਮੇਰਾ ਆਪਣਾ ਆਕਲਨ ਹੈ ਕਿ ਕੈਪਟਨ ਸਾਹਿਬ ਖੁਦ ਤਾਂ ਜਿੱਤ ਸਕਦੇ ਨੇ, ਲੇਕਿਨ ਸਰਕਾਰ ਬਣਾ ਲੈਣ, ਇਹ ਥੋੜ੍ਹਾ ਮੈਨੂੰ ਮੁਸ਼ਕਲ ਲੱਗ ਰਿਹਾ। ਨੰਬਰ 2, ਜਿਹੜੇ 5-6 ਲੀਡਿੰਗ ਪਾਰਟੀ ਵਾਲੇ ਹੈਗੇ ਨੇ, ਲੀਡਿੰਗ ਲੀਡਰਸ ਹੈਗੇ ਨੇ, ਮਤਲਬ ਚਰਨਜੀਤ ਦੀ ਗੱਲ ਕਰ ਲਈਏ, ਭਗਵੰਤ ਮਾਨ, ਸੁਖਬੀਰ ਬਾਦਲ, ਸਾਰੇ 5-7 ਹੈਗੇ ਨੇ ਜਿਹੜੇ ਟੌਪ ਦੇ ਹੈਗੇ। ਇਹਨਾਂ ਦੀ ਸਾਰੀ ਦੀ ਕੁੰਡਲੀਆਂ ਮੇਰੇ ਕੋਲ ਹੈਗੀਆਂ। ਇਹਨਾਂ ਵਿੱਚੋਂ ਜਿਹੜਾ ਮੈਨੂੰ ਲੱਗਦਾ ਹੈ ਕਿ ਕਲੀਅਰ ਕੱਟ ਮੈਜੋਰਟੀ ਸ਼ਾਇਦ ਕਿਸੇ ਪਾਰਟੀ ਦੀ ਨਹੀਂ ਆਏਗੀ। ਕਲੀਅਰ ਕੱਟ ਮੈਜੋਰਟੀ ਇਹ ਮਤਲਬ ਗ੍ਰਹਿ ਦਿਸ਼ਾ ਜਿਹੜੀ ਅੱਜ ਦੀ ਡੇਟ 'ਚ ਬੋਲ ਰਹੀ ਹੈ। ਅੱਛਾ, ਕੱਲ ਨੂੰ ਇਹਦੇ 'ਚ ਬਦਲਾਅ ਵੀ ਹੋਣਾ? ਕੱਲ ਜਿਹੜਾ ਬਦਲਾਅ ਹੋ ਰਿਹਾ ਹੈ, ਉਹ ਗੁਰੂ ਕੰਬਸਟ ਹੋ ਰਿਹਾ ਨਾ, ਅਸਤ ਹੋ ਰਿਹਾ। ਅਸਤ ਦਾ ਮਤਲਬ ਜਿਸ ਤਰ੍ਹਾਂ ਸਾਡੇ ਇੱਥੇ ਲਾਈਟ ਲੱਗੀ ਹੈ, ਮੰਨ ਲਓ 100 ਵਾਟ ਦੀ ਲਾਈਟ ਹੈ, ਉਹ 10 ਦੀ ਰਹਿ ਜਾਂਦੀ ਹੈ, ਤਾਂ ਸਾਰੀ ਜਿਹੜੀ ਐਫੀਸ਼ੀਐਂਸੀ ਉਹ ਘੱਟ ਜਾਂਦੀ ਹੈ। ਯਾਨੀ ਗੁਰੂ ਜਿਸ ਨੇ ਵਿਜੇ ਦਿਲਾਣੀ ਹੈ ਜਾਂ ਕੁਝ ਹੋਰ ਕਰਨਾ ਹੈ, ਇਹ ਸਾਰਾ ਕੁਝ ਜਦੋਂ ਅਸਤੀ ਹੋ ਗਿਆ, ਯਾਨੀ ਤੁਹਾਡੀ ਪਾਵਰ ਹੀ ਘੱਟ ਹੋ ਗਈ, ਤੇ ਜਿਹੜਾ ਇਫੈਕਟ ਹੈ ਜਿਹੜਾ ਗੁਰੂ ਨੇ ਦੇਣਾ ਸੀ ਵਿਕਟਰੀ ਦਾ, ਕੁਝ ਹੋਰ ਹੈ, ਉਹਦੇ ਵਿੱਚ ਕਮੀ ਆ ਜਾਂਦੀ ਹੈ। ਯਾਨੀ ਉਮੀਦ ਤੋਂ ਘੱਟ ਮਿਲੇਗਾ ਜਿਨ੍ਹਾਂ ਨੂੰ ਵੀ ਮਿਲੇਗਾ। ਸੋ ਗੁਪਤਾ ਸਾਹਿਬ, ਇੱਕ ਸਵਾਲ ਮੇਰੇ ਮਨ 'ਚ ਆ ਗਿਆ। ਤੁਸੀਂ ਕਹਿ ਰਹੇ ਹੋ ਇਹ ਇੱਕ ਤਰ੍ਹਾਂ ਦਾ ਵਿਗਿਆਨ ਹੈਗਾ, ਇਹਦੇ 'ਚ ਕੋਈ ਤੁਕਬੰਦੀ ਨਹੀਂ ਹੁੰਦੀ, ਕਿਸੇ ਨਤੀਜੇ 'ਤੇ ਜਾ ਕੇ ਆਪਾਂ ਗੱਲ ਕਰਦੇ ਹੁੰਦੇ ਹਾਂ, ਤੇ ਫਿਰ ਉਪਾਅ ਕਰਨ ਨਾਲ ਇਹ ਵਿਗਿਆਨ ਚੇਂਜ ਹੋ ਜਾਂਦਾ? ਦੇਖੋ, ਜੇ ਮੈਨੂੰ ਬੁਖਾਰ ਹੋ ਗਿਆ ਤੇ ਮੈਂ ਗੋਲੀ ਲਵਾਂ ਤਾਂ ਬੁਖਾਰ ਜਿਹੜਾ ਹੈ 105 ਤੋਂ ਥੱਲੇ ਆ ਜਾਏਗਾ, ਘਟੇ 99 ਆ ਜਾਏਗਾ, 98.4 ਭਾਵੇਂ ਨਾ ਵੀ ਹੋਵੇ, ਅਸਰ ਤਾਂ ਜ਼ਰੂਰ ਪੈਂਦਾ ਹੈ। ਜਿਹੜਾ ਬੱਕਰੀ ਦਾਨ ਕਰਾਈ ਸੀ ਤਾਂ ਤੁਸੀਂ ਦੇਖਿਆ ਹੋਣਾ ਹੈ ਕਿ ਜਿਹੜੇ ਲੀਗਲ ਕੰਪਲੀਕੇਸ਼ਨ ਸੀ ਉਹ ਘੱਟ ਹੋ ਗਏ। ਪਵਨ ਬੰਸਲ ਦੀ ਗੱਲ ਕਰ ਰਹੇ ਹੋ? ਜਦੋਂ ਹਾਥੀ ਤੇ ਸਵਾਰੀ ਕੀਤੀ ਤੇ CM ਬਣ ਗਏ, ਫਿਰ ਵਾਸਤੂ ਦਾ ਉਪਾਅ ਕੀਤਾ ਕਿ ਨਾਰਥ ਈਸਟ ਦੀ ਡਾਇਰੈਕਸ਼ਨ ਖੋਲੀ, ਉਹ ਅਲੱਗ ਗੱਲ ਹੈ ਕਿ ਐਡਮਿਨਿਸਟ੍ਰੇਸ਼ਨ ਨੇ ਬੰਦ ਕਰਾਤੀ। ਸੜਕ ਵਾਲਾ ਮਸਲਾ ਸੀ ਚੰਨੀ ਦਾ ਜਿਹੜਾ। ਜੀ, ਤੇ ਉਹ ਵੀ ਬਿਲਕੁਲ ਕੋਈ ਨਾ ਕੋਈ ਉਪਾਅ ਤਾਂ ਹੁੰਦਾ ਹੀ ਹੈ। ਖਾਲੀ ਇਹੀ ਨਹੀਂ, ਹਰ ਪੋਲੀਟੀਸ਼ੀਅਨ ਉਪਾਅ ਕਰਦਾ ਹੈ, ਹਰ ਪੋਲੀਟੀਸ਼ੀਅਨ ਕਰਦਾ। ਚੰਨੀ ਤੇ ਨਵਜੋਤ ਸਿੱਧੂ ਬਾਰੇ ਤਾਂ ਮਸ਼ਹੂਰ ਹੈ, ਕਹਿੰਦੇ ਉਹਨਾਂ ਨੇ ਇੱਕ ਪੰਡਤ ਪੱਕਾ ਹੀ ਉਸੇ ਬਿਠਾਇਆ ਹੈ ਵੈਸ਼ਨੋ ਦੇਵੀ, ਤੇ ਉਹ ਕਰੀ ਜਾ ਰਿਹਾ ਪੂਜਾ ਅਰਚਨਾ। ਇਹ ਚੀਜ਼ਾਂ ਕੰਮ ਕਰਦੀਆਂ? ਫਿਰ ਤੁਸੀਂ ਇੱਕ ਗੱਲ ਕੀਤੀ, ਐਸਟ੍ਰੋਲੋਜਰ ਦੱਸਦਾ ਹੈ ਕਿ ਤੁਹਾਨੂੰ ਸਟੋਨ ਕਿਹੜਾ ਪਾਉਣਾ ਚਾਹੀਦਾ, ਉਹਨਾਂ ਦੀ ਕੁੰਡਲੀ ਦੇਖ ਕੇ। ਫਿਰ ਹੁੰਦਾ ਹੈ ਕਿ ਨਾਮਾਂਕਨ ਕਦੋਂ, ਨੋਮੀਨੇਸ਼ਨ ਕਦੋਂ ਫਾਈਲ ਕਰੇ, ਉਹਦਾ ਮਹੂਰਤ ਹੁੰਦਾ ਹੈ। ਈਵਨ ਕਿ ਸਮਾਂ ਤੱਕ ਕੱਢਦੇ ਆ? ਬਿਲਕੁਲ ਕੱਢਦੇ ਆ। ਤਕਰੀਬਨ ਅਭਿਜੀਤ ਮਹੂਰਤ ਹੁੰਦਾ 11:30 ਤੋਂ 12:30। ਫਿਰ ਹੁੰਦਾ ਕਿ ਡਰੈਸ ਕੋਡ ਕੀ ਹੋਏ, ਕੱਪੜੇ ਕਿ ਤੁਸੀਂ ਵਾਈਟ ਪਾਣੇ, ਜੁੱਤੇ ਵੀ ਵਾਈਟ ਪਾਣੇ ਤੇ ਸ਼ਾਲ ਵੀ ਵਾਈਟ ਲੈਣੀ ਹੈ। ਫਿਰ ਰੰਗ ਬਿਰੰਗੀ ਸ਼ਾਲ ਪਾਣੀ ਹੈ ਜਾਂ ਕਿਸੇ ਹੋਰ ਕਲਰ ਦੀ ਪਾਣੀ ਹੈ। ਫਿਰ ਪਹਿਲਾ ਪੈਰ ਕਿਹੜਾ ਕੱਢਣਾ ਹੈ, ਅੱਛਾ, ਸੱਜਾ ਜਾਂ ਖੱਬਾ ਕਿਹੜਾ, ਜਦੋਂ ਤੁਸੀਂ ਜਾਣਾ ਹੈ ਤੇ ਕਿਹੜਾ ਉਪਾਅ ਕਰਕੇ ਜਾਣਾ ਹੈ। ਜੇ ਤੁਸੀਂ ਕਿਸੇ ਮੰਚ ਤੇ ਖੜੇ ਹੋਣਾ ਹੈ ਤੇ ਵੈਸੇ ਤਾਂ ਬਹੁਤ ਬਰੀਕੀ ਵਿੱਚ ਜਾਓ ਤਾਂ ਤੁਸੀਂ ਪਹਿਲਾ ਅਕਸ਼ਰ ਬੋਲਣਾ ਕੀ ਹੈ, ਬਹੁਤ ਛੋਟੀ ਛੋਟੀ ਚੀਜ਼ਾਂ ਹੁੰਦੀ। ਫਿਰ ਦਾਨ ਕਿਹੜਾ ਕਰਨਾ ਹੈ, ਹੁਣ ਜਿਸ ਤਰ੍ਹਾਂ
ਗਊਆਂ ਨੂੰ ਚਾਰਾ ਦਿੱਤਾ ਜਾਂਦਾ ਹੈ, ਜਾਂ ਬਛੜੇ ਦਾ ਦਾਨ ਹੀ ਹੋ ਗਿਆ, ਬੱਕਰੀ ਦਾ ਦਾਨ ਹੋ ਗਿਆ, ਸੱਪ ਨੂੰ ਦੁੱਧ ਪਿਲਾਉਣ ਦੀ ਗੱਲ ਹੋ ਗਈ। ਅੱਛਾ, ਤੁਸੀਂ ਸੱਪ ਨੂੰ ਦੁੱਧ ਵਾਲੀ ਕੀਤੀ ਇਹ ਦੱਸਿਆ ਸੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਉਪਾਅ ਇਹ? ਚਲੋ ਇਸ ਨਹੀਂ, ਇਹ ਤੇ ਜਵਾਬ ਜਾਣਨਾ ਚਾਹਾਂਗਾ। ਕਹਿੰਦੇ ਤੁਸੀਂ ਸ਼ਾਇਦ ਉਪਾਅ ਦੱਸਿਆ ਸੀ ਉਹਨਾਂ ਨੂੰ। ਜੀ ਜੀ ਬਿਲਕੁਲ ਦੱਸਿਆ ਸੀ। ਜੀ। ਤੇ ਉਹਨਾਂ ਦੇ ਜਿਹੜੇ ਇੱਕ ਖਾਸ ਬੰਦੇ ਸਨ, ਆਏ ਸਨ, ਤੇ ਇਹ ਉਪਾਅ ਵੀ ਕੀਤਾ ਸੀ। ਮਜ਼ੇਦਾਰ ਗੱਲ ਇਹ ਸੀ ਕਿ ਉਹਨਾਂ ਨੇ ਪੁਲਿਸ ਨੂੰ ਆਰਡਰ ਦਿੱਤਾ, ਉਹ ਪਤਾ ਨਹੀਂ ਕਿੰਨੇ ਸਪੇਰੇ ਫੜ ਕੇ ਲਿਆਏ ਤੇ ਉਹਨਾਂ ਕੋਲ ਲੈ ਗਏ। ਅੱਛਾ। ਉਹ ਵਿਚਾਰੇ ਸਪੇਰਿਆਂ ਦੀ ਹਾਲਤ ਖਰਾਬ ਹੋ ਗਈ ਸੀ। ਲੇਕਿਨ ਚਲੋ ਉਹ ਗੱਲ ਇਹ ਸੀ ਕਿ ਉਪਾਅ ਹੁੰਦਾ ਤੇ ਵਿਕਟਰੀ ਹੁੰਦੀ ਹੈ। ਇਹਦੇ ਵਿੱਚ ਸਰ ਇੱਕ ਹੋਰ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਅਨੁਸ਼ਠਾਨ ਹੁੰਦੇ, ਧਾਰਮਿਕ ਅਨੁਸ਼ਠਾਨ ਹੁੰਦੇ, ਤਾਂਤਰਿਕ ਹੁੰਦੇ, ਮਾਂਤਰਿਕ ਹੁੰਦੇ, ਵਿਜੇ ਪ੍ਰਾਪਤੀ ਵਾਸਤੇ ਹੁੰਦੇ ਤੇ ਸ਼ਤਰੂ ਨਾਸ਼ ਵਾਸਤੇ ਵੀ ਹੁੰਦੇ ਹੈ। ਖਾਸ ਕਰ ਜਿਸ ਤਰ੍ਹਾਂ ਬਗਲਾ ਮੁਖੀ ਦਾ ਪਾਠ ਹੁੰਦਾ ਹੈ, ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਪੋਲੀਟੀਸ਼ੀਅਨ ਚਰਨਜੀਤ ਬਹੁਤ ਜਾ ਰਹੇ ਬਗਲਾ ਮੁਖੀ। ਹਾਂ। ਉੱਥੇ ਦੋ ਤਰ੍ਹਾਂ ਦੇ ਉਪਾਅ ਹੁੰਦੇ। ਇੱਕ ਤਾਂ ਆਪਣੀ ਵਿਕਟਰੀ ਵਾਸਤੇ, ਇੱਕ ਹੁੰਦਾ ਕਿ ਜਿਹੜੇ ਸਾਡੇ ਓਪੋਨੈਂਟਸ ਹੈ ਉਹ ਜਿੱਤ ਨਾ ਪਾਉਣ। ਠੀਕ ਹੈ ਨਾ, ਇਸ ਤਰ੍ਹਾਂ ਦੇ ਬਹੁਤ ਸਾਰੇ ਕੀਤੇ ਵਿਰੋਧੀਆਂ ਨੂੰ ਹਰਾਉਣ ਲਈ ਕਹਿ ਦਿਓ। ਹਾਂਜੀ, ਇਹ ਕਹਿ ਸਕਦੇ ਹਾਂ। ਤਾਂ ਜੀਤ ਹਮਾਰੀ ਹੋ ਔਰ ਦੂਸਰੇ। ਅੱਛਾ, ਤੁਸੀਂ ਹੁਣ ਇਹ ਜਿਹੜੇ ਵੱਡੇ ਵੱਡੇ ਪੰਜਾਬ ਦੇ ਮਤਲਬ ਪਾਰਟੀਆਂ ਵੱਲੋਂ, ਸੁਖਬੀਰ ਬਾਦਲ, ਅਕਾਲੀ ਦਲ ਵੱਲੋਂ ਸੀਐਮ ਨੇ, ਇਹਨਾਂ ਦਾ ਕੀ ਲੱਗਦਾ ਹੈ ਸਿਆਸੀ ਭਵਿੱਖ ਗ੍ਰਹਿਆਂ ਦੀ ਦਸ਼ਾ ਨਾਲ ਕੀ ਹੈ? ਦੇਖੋ, ਗ੍ਰਹਿ ਦੀ ਦਸ਼ਾ ਜਿਹੜੀ ਮੈਂ ਦੇਖੀ ਹੈ ਸਾਰਿਆਂ ਨੂੰ ਮਿਲਾ ਕੇ, ਇੱਥੇ ਮੈਨੂੰ ਚੰਨੀ ਜੀ ਦੀ ਕੁੰਡਲੀ ਥੋੜ੍ਹੀ ਸਸ਼ਕਤ ਲੱਗਦੀ ਹੈ। ਅੱਛਾ। ਹੁਣ ਭਾਵੇਂ ਕਿਸ ਤਰ੍ਹਾਂ ਦਿਖ ਰਿਹਾ ਹੈ, 20 ਤਰੀਕ ਨੂੰ ਕੀ ਹੁੰਦਾ ਹੈ, ਰਿਜ਼ਲਟ ਕੀ ਦੇ ਆਉਂਦੇ ਨੇ, ਲੇਕਿਨ ਜਦੋਂ ਤੱਕ ਐਸਟ੍ਰੋਲੋਜੀਕਲੀ ਜੇ ਅਸੀਂ ਦੇਖੀਏ ਤੇ ਇਹਨਾਂ ਦੀ ਜਿਹੜੀ ਗ੍ਰਹਿ ਦਸ਼ਾ ਤੇ ਇਹਨਾਂ ਦੀ ਜਿਹੜੀ ਕੁੰਡਲੀ ਹੈ, ਇਹਨਾਂ ਦੀ ਕੁੰਡਲੀ ਵਿੱਚ ਇੱਕ ਯੋਗ ਹੈ ਜਿਸ ਨੂੰ ਗਜ ਕੇਸਰੀ ਯੋਗ ਬੋਲਦੇ। ਗਜ ਹੁੰਦਾ ਹਾਥੀ, ਕੇਸਰੀ ਮਤਲਬ ਝੰਡਾ। ਸਮਝ ਗਿਆ। ਯਾਨੀ ਉਹ ਬੰਦਾ ਜਿਸ ਦੇ ਹਾਥੀ ਤੇ ਉੱਪਰ ਝੰਡਾ ਲੱਗਿਆ ਹੋਏ ਉਸ ਨੂੰ ਯੋਗ ਬੋਲਦੇ ਹੈ। ਯਾਨੀ ਜੇ ਇਹ ਯੋਗ ਕਿਸੇ ਦੀ ਵੀ ਕੁੰਡਲੀ ਵਿੱਚ ਹੋਏ ਤਾਂ ਉਹ ਤਕਰੀਬਨ ਰਾਜਾ ਵਰਗਾ ਉਹ ਰਾਜਾ ਤੇ ਚਲੇ ਗਏ, ਲੇਕਿਨ ਅੱਜ ਦੀ ਡੇਟ ਵਿੱਚ ਚੀਫ ਮਿਨਿਸਟਰ ਹੋਏ ਜਾਂ ਸੱਤਾ ਵਿੱਚ ਹੋਵੇ, ਉਹ ਕਿਸਮ ਦਾ ਰਾਜਾ ਹੀ ਹੁੰਦਾ ਹੈ। ਤਾਂ ਗਜ ਕੇਸਰੀ ਯੋਗ ਹੈ ਤੇ ਮੈਨੂੰ ਲੱਗਦਾ ਹੈ, ਅਨੁਮਾਨ ਹੈ ਕਿ ਇਹ ਰਿਪੀਟ ਹੋ ਸਕਦੇ ਹੈ। ਲੇਕਿਨ ਜਿਸ ਤਰ੍ਹਾਂ ਮੈਂ ਕਿਹਾ ਕਿ ਕਲੀਅਰ ਕੱਟ ਮੈਜੋਰਟੀ ਸ਼ਾਇਦ ਹੀ ਕਿਸੇ ਪਾਰਟੀ ਦੀ ਆਵੇ। ਬਾਕੀ ਤਾਂ ਰਾਜਨੀਤੀ ਹੈ, ਇਹਦੇ ਵਿੱਚ ਜੋੜ ਤੋੜ ਤਾਂ ਚੱਲਦੇ ਰਹਿੰਦੇ ਨੇ। ਬਾਅਦ ਵਿੱਚ ਹੋ ਸਕਦਾ ਹੈ ਕਿ ਐਂਡ ਵਿੱਚ ਕੋਈ ਇਸ ਤਰ੍ਹਾਂ ਦੇ ਸਮੀਕਰਨ ਬਣੇ ਕਿ ਇਹ ਰਿਪੀਟ ਆਪਣਾ ਕਰ ਜਾਣ। ਸੁਖਬੀਰ ਬਾਦਲ ਦੇ ਕੋਈ ਚਾਂਸ? ਘੱਟ ਲੱਗ ਰਹੇ ਨੇ, ਕਿਉਂਕਿ ਉਹਨਾਂ ਦੀ ਕੁੰਡਲੀ ਵੀ ਦੇਖੀ ਹੈ। ਭਗਵੰਤ ਮਾਨ, ਉਹਨਾਂ ਦੀ ਕੁੰਡਲੀ ਇਹਨਾਂ ਦੇ ਬਰਾਬਰ ਹੈ, ਚੰਨੀ ਦੇ ਬਰਾਬਰ ਹੈ। ਅੱਛਾ। ਤੇ ਜੇ ਫਰਕ ਹੋਇਆ ਤਾਂ 19-21 ਦਾ ਹੀ ਫਰਕ ਹੋਏਗਾ ਮਤਲਬ ਵੋਟਾਂ ਵਿੱਚ। ਕੈਪਟਨ ਅਮਰਿੰਦਰ ਵੀ ਦੌੜ 'ਚ ਨਹੀਂ ਹੈਗੇ ਇਸ ਟਾਈਮ? ਐਸਟ੍ਰੋਲੋਜੀਕਲੀ ਤਾਂ ਨਹੀਂ ਮੈਨੂੰ ਲੱਗਦਾ। ਬਾਕੀ ਦੇਖੋ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਨੋ ਐਸਟ੍ਰੋਲੋਜਰ ਇਜ਼ ਗੋਡ, ਇਟ ਇਜ਼ ਓਨਲੀ ਕੈਲਕੂਲੇਸ਼ਨ। ਕਈ ਵਾਰੀ ਡੇਟ ਆਫ ਬਰਥ ਠੀਕ ਨਹੀਂ ਹੁੰਦੀ ਜਾਂ ਕੁਛ ਹੋਰ, ਜਿਸ ਤਰ੍ਹਾਂ ਕੱਲ੍ਹ ਸ਼ਨੀਵਾਰ ਨੂੰ ਗ੍ਰਹਿ ਚੇਂਜ ਹੋ ਰਹੇ। ਕਈ ਵਾਰ ਹੁੰਦਾ ਕਿ ਬੰਦਾ ਸੋਚਦਾ ਕੁਛ ਹੈ, ਹੁੰਦਾ ਕੁਛ ਹੈ। ਔਰ ਖਾਸ ਕਰ ਇਹ ਜਿਹੜਾ ਗੁਰੂ ਅਸਤ ਹੋ ਰਿਹਾ, ਇਸ ਦੇ ਨਾਲ ਪੂਰੇ ਜਿਹੜੇ ਇਲੈਕਸ਼ਨ ਹੋ ਰਹੇ ਨੇ, ਇਹਨਾਂ ਦੇ ਜਿਹੜੇ ਰਿਜ਼ਲਟ ਨੇ ਉਹ ਐਕਸਪੈਕਟੇਸ਼ਨ ਤੋਂ ਥੋੜ੍ਹਾ ਜਿਹਾ ਅਲੱਗ ਹੋਣਗੇ। ਯਾਨੀ ਮੈਂ ਉਸ ਦੇ ਵਿੱਚ ਲਿਖਿਆ ਅੱਜ ਇੱਕ ਆਰਟੀਕਲ ਕਿ ਅਸਤ ਗੁਰੂ करेगा अस्त व्यस्त और कई के लिए ध्वस्त। और दूसरा मैंने लिखा है कि कईयों की बदलेगी तकदीर, बदलेगी तदबीर, बदलेगी ऑफिसों में तस्वीर। एक और ਜਿਹੜਾ ਹੈ ਨਾਲ ਪੋਲੀਟਿਕਸ ਦੇ ਨਾਲ ਨਹੀਂ ਹੈ ਲੇਕਿਨ ਇੱਕ ਆਮ ਜਨਤਾ ਵਾਸਤੇ ਹੈ ਕਿ ਜਦੋਂ ਗੁਰੂ ਅਸਤ ਹੁੰਦਾ ਇਸ ਨੂੰ ਅਸੀਂ ਪਿੰਡਾਂ ਵਿੱਚ ਬੋਲਦੇ ਹਾਂ ਤਾਰਾ ਡੁੱਬਣਾ। ਪੰਜਾਬੀ ਵਿੱਚ ਤਾਰਾ ਡੁੱਬਣ ਦਾ ਮਤਲਬ ਹੈ ਕੋਈ ਸ਼ੁਭ ਕੰਮ ਨਹੀਂ ਹੁੰਦਾ। ਸ਼ੁਭ ਕੰਮ ਦਾ ਮਤਲਬ ਜਿਸ ਤਰ੍ਹਾਂ ਸ਼ਾਦੀਆਂ ਵਿਆਹ ਜਿਹੜਾ ਹੈ ਉਹ ਨਹੀਂ ਹੋਣਗੇ ਤੇ ਦੁਕਾਨ ਖੋਲ੍ਹਣਾ, ਨਵਾਂ ਮਕਾਨ ਬਣਾਉਣਾ, ਇਹ ਹੁਣ 15 ਅਪ੍ਰੈਲ ਦੇ ਬਾਅਦ ਕਿਤੇ ਜਾ ਕੇ ਇਹ ਠੀਕ ਹੋਏਗਾ। ਜਿਹੜਾ ਤਾਰਾ ਡੁੱਬਣਾ ਹੁੰਦਾ, ਜਿਹੜਾ ਤਾਰਾ ਡੁੱਬਣਾ ਹੈ ਯਾਨੀ ਜਿਹੜੀ ਸ਼ਾਦੀਆਂ ਹੋਣਗੀਆਂ ਉਹ 15 ਅਪ੍ਰੈਲ ਦੇ ਬਾਅਦ ਉਹਦੇ ਮਹੂਰਤ ਨਿਕਲਣਗੇ। ਹੁਣ ਇਸੇ ਤਾਰੇ ਅਸਤ ਵਿੱਚ ਹੀ ਸਾਰੇ ਇਲੈਕਸ਼ਨ ਹੋ ਰਹੇ ਪੂਰੇ ਹਿੰਦੁਸਤਾਨ ਦੇ, ਮਤਲਬ 5 ਰਾਜਾਂ ਵਿੱਚ ਤਾਂ ਹੋ ਹੀ ਰਹੇ ਨੇ ਤੇ ਜਿਹੜੇ ਗ੍ਰਹਿ ਚਾਲ ਜਿਹੜੇ ਉਹ ਠੀਕ ਨਹੀਂ ਹੈਗੀ। ਦੂਜਾ ਕੀ ਸੀ, ਅਜੇ
ਤੁਸੀਂ ਦੇਖਿਆ ਨਾ ਫੁੱਲ ਮੂਨ ਨਿਕਲਿਆ ਸੀ। ਫੁੱਲ ਮੂਨ ਦਾ ਮਤਲਬ ਹੁੰਦਾ ਹੈ ਕਿ ਇਸ ਨੂੰ ਸਨੋ ਮੂਨ ਬੋਲਿਆ ਗਿਆ ਹੈ ਅਤੇ ਬਹੁਤ ਚਮਕੀਲਾ ਨਿਕਲਿਆ। ਇਹਦੇ ਵਿੱਚ ਕੀ ਹੁੰਦਾ, ਟਾਈਡਸ ਆਉਂਦੇ, ਜਿਸ ਤਰ੍ਹਾਂ ਸਮੁੰਦਰ ਹੈਗੇ ਨੇ, ਸੁਨਾਮੀ ਆਉਣ ਦਾ ਡਰ ਹੁੰਦਾ, ਭੂਕੰਪ ਆਉਣ ਦਾ ਡਰ ਹੁੰਦਾ ਹੈ। ਅਤੇ ਜਿਨ੍ਹਾਂ ਦਾ ਮੂਨ ਵੀਕ ਹੈ, ਯਾਨੀ ਕੁੰਡਲੀ ਵਿੱਚ ਚੰਦਰਮਾ ਵੀਕ ਹੈ, ਉਹਨਾਂ ਦਾ ਜਿਹੜਾ ਮਾਈਂਡ ਸੈੱਟ ਹੈ ਉਹ ਥੋੜ੍ਹਾ ਜਿਹਾ ਖਰਾਬ ਹੁੰਦਾ ਹੈ। ਬੰਦਾ ਬੋਲਣਾ ਕੁਛ ਚਾਹੁੰਦਾ, ਨਿਕਲਦਾ ਕੁਛ ਹੈ। ਜਿਸ ਤਰ੍ਹਾਂ ਚੰਨੀ ਜੀ ਨਾਲ ਹੋ ਗਿਆ, ਹਾਂ, ਉਹ ਕਹਿਣਾ ਕੁਛ ਚਾਹੁੰਦੇ ਸੀ, ਲੇਕਿਨ ਜੋਸ਼ ਵਿੱਚ ਜਾਂ ਕਹਿ ਲਓ ਕਿ ਜਿਹੜਾ ਚੰਦਰਮਾ ਮਨ ਦਾ ਕਾਰਕ ਹੈ, ਉਹ ਦਿਨ ਫੁੱਲ ਮੂਨ ਸੀ, ਹੈ ਨਾ, ਫੁੱਲ ਮੂਨ ਸੀ, ਪੂਰਨਮਾਸ਼ੀ ਸੀ। ਇਹ ਮੇਰੇ ਖਿਆਲ ਇੱਕ ਦਿਨ ਪਹਿਲਾਂ ਦੀ ਗੱਲ ਹੈ ਜਾਂ ਪੂਰਨਮਾਸ਼ੀ ਵਾਲੇ ਦੀ ਵੀਡੀਓ ਕੱਲ ਵਾਇਰਲ ਹੋਇਆ, ਸ਼ਾਇਦ ਪਰਸੋਂ ਦੀ ਗੱਲ ਹੈ, ਪ੍ਰਿयंका ਗਾਂਧੀ ਪਰਸੋਂ ਇੱਥੇ ਸੀ। ਹਾਂਜੀ, ਤਾਂ ਕਿਆ ਹੁੰਦਾ ਕਿ ਉਹ ਮਨ ਦਾ ਕਾਰਕ ਗ੍ਰਹਿ ਜਿਹੜਾ ਹੈ ਉਹ ਕਈ ਵਾਰੀ ਉਲਟ ਪੁਲਟ ਕਹਿਲਵਾ ਦਿੰਦਾ ਹੈ। ਹੁਣ ਦੋਵਾਂ ਨੇ ਖੜੇ ਹੋ ਕੇ ਉਹਨੇ ਤਾਲੀ ਵਜਾਤੀ, ਉਹਨਾਂ ਦੇ ਮੂੰਹ ਨਿਕਲ ਗਿਆ। ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਜਾਣਬੁੱਝ ਕੇ ਕਿਹਾ, ਲੇਕਿਨ ਕਿਤੇ ਨਾ ਕਿਤੇ ਇਹ ਗ੍ਰਹਾਂ ਦਾ ਅਸਰ ਗ੍ਰਹਿ ਦਸ਼ਾ ਹੈ ਜੀ ਬਣੀ ਹੋਈ ਸੀ ਮਤਲਬ ਉਹਨਾਂ ਦੀ। ਅੱਛਾ, ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕੱਟਾ ਦਾਨ ਕੀਤਾ, ਉਹ ਕੋਈ ਫਰਕ ਪਾਏਗਾ ਉਹਨਾਂ ਨੂੰ? ਕਿਉਂਕਿ ਹੈ ਕਿਸੇ ਜੋਸ਼ੀ ਦੀ ਸਲਾਹ ਹੀ ਹੈ ਉਹਨਾਂ ਨੂੰ, ਉਹਦੇ 'ਚ ਹੈਗਾ ਵੀ ਸ਼ਨੀਦੇਵ ਨੂੰ ਖੁਸ਼ ਕਰਨਾ ਤੇ ਕਾਲੀ ਮਾਂ ਨੂੰ ਖੁਸ਼ ਕਰਨਾ। ਦੇਖੋ, ਪਹਿਲਾਂ ਤਾਂ ਉਹ ਜਿੱਥੋਂ ਬਿਲੋਂਗ ਕਰਦੇ ਹੈ ਉੱਥੇ ਕਾਲੀ ਮਾਤਾ ਦਾ ਮੰਦਿਰ ਹੈ ਜੀ, ਅਤੇ ਕਾਲੀ ਮਾਤਾ ਦੇ ਪੁਜਾਰੀ ਵੀ ਹੈਗੇ ਨੇ ਜੀ, ਸਾਰੇ ਪੁਜਾਰੀ ਨੇ ਕਿਸੇ ਨਾ ਕਿਸੇ ਦੇਵੀ ਦੇ ਦੇਵਤਾ ਦੇ। ਅਤੇ ਇਹ ਕਿਉਂਕਿ ਉਹਨਾਂ ਦੀ ਸ਼ਨੀ ਦੀ ਦਸ਼ਾ ਚੱਲ ਰਹੀ ਹੈ, ਅਤੇ ਸ਼ਨੀ ਦਾ ਜਿਹੜਾ ਦਾਨ ਹੁੰਦਾ ਹੈ ਉਹ ਕਾਲੀ ਚੀਜ਼ਾਂ ਦਾ ਹੁੰਦਾ ਹੈ, ਅਤੇ ਬਛੜਿਆਂ ਦਾ ਦਾਨ ਵੀ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਜਿਹੜੇ ਗ੍ਰਹਿ ਦਾ ਅਸਰ ਜੋ ਹੈ ਉਹ ਘੱਟ ਹੋ ਜਾਏ। ਹੁਣ ਉਹ ਕਿੰਨਾ ਕੁ ਅਸਰ ਹੁੰਦਾ ਹੈ, ਪਹਿਲੀ ਗੱਲ ਤਾਂ ਐਸਟਰੋਲੋਜੀ ਵਿੱਚ ਕੀ ਹੈ ਕਿ ਜੇ ਤੁਹਾਡੀ ਕਿਸਮਤ ਵਿੱਚ ਕੁਝ ਹੈ ਉਹ ਹੋਣਾ ਹੀ ਹੋਣਾ ਹੈ, ਭਾਵੇਂ ਤੁਸੀਂ ਉਪਾਅ ਕਰੋ ਜਾਂ ਨਾ ਕਰੋ। ਉਪਾਅ ਨਾਲ ਥੋੜ੍ਹਾ ਜਿਹਾ ਫਰਕ ਜ਼ਰੂਰ ਪੈਂਦਾ ਹੈ। ਮਤਲਬ ਇਹ ਹੋ ਜਾਂਦਾ ਵੀ ਉਹ ਸ਼ਾਇਦ ਜੇ ਤੁਹਾਡਾ ਫਾਇਦਾ ਹੋਣਾ ਹੈ ਤਾਂ ਉਹ ਸ਼ਾਇਦ ਜੇ ਨੁਕਸਾਨ ਹੋਣਾ ਹੈ ਘਟ ਜਾਏਗਾ, ਨੁਕਸਾਨ ਘੱਟ ਹੋ ਜਾਂਦਾ ਹੈ, ਪਰ ਹੋ ਕੇ ਰਹੇਗਾ। ਹਾਂ, ਇਹ ਤਾਂ ਪੱਕੀ ਗੱਲ ਹੈ। ਜੇ CM ਕਿਸੇ ਨੇ ਬਣਨਾ ਉਸੇ ਨਹੀਂ ਬਣਨਾ ਹੈ, ਉਹਦੇ ਕਿਸਮਤ ਵਿੱਚ ਜੇ ਹੈ। ਨੋਬਡੀ ਕੈਨ ਸਟਾਪ, ਨੋ ਐਸਟਰੋਲੋਜਰ ਕੈਨ ਗਿਵ। ਐਸਟਰੋਲੋਜਰ ਦੇ ਹੱਥ ਵਿੱਚ ਨਹੀਂ ਹੈ, ਐਸਟਰੋਲੋਜਰ ਦਾ ਕੰਮ ਹੈ ਸੁਜੈਸ਼ਨ ਦੇਣਾ। ਕਿਸੇ ਦੀ ਕਿਸਮਤ ਕੋਈ ਐਸਟਰੋਲੋਜਰ ਚੇਂਜ ਨਹੀਂ ਕਰ ਸਕਦਾ, ਰਸਤਾ ਦਿਖਾ ਸਕਦੇ ਆ, ਰਸਤਾ ਦਿਖਾ ਸਕਦੇ ਆ। ਅਤੇ ਐਸਟਰੋਲੋਜੀ ਵਿੱਚ ਕਿਉਂਕਿ ਵਿਗਿਆਨਿਕ ਹੈ, ਅਤੇ ਸਾਡਾ ਜਿਹੜੀ ਵੈਦਿਕ ਐਸਟਰੋਲੋਜੀ ਹੈ ਜੋ ਹਿੰਦੁਸਤਾਨ ਦੀ ਬੜੀ ਪੁਰਾਣੀ ਇੱਕ ਤੁਸੀਂ ਸ਼ਾਸਤਰ ਕਹਿ ਲਓ, ਇਹਦੇ ਵਿੱਚ ਬਹੁਤ ਦਮ ਹੈ। ਤੁਹਾਨੂੰ ਹੈਰਾਨੀ ਹੋਏਗੀ ਸੁਣ ਕੇ ਕਿ ਅਮਰੀਕਾ ਦੇ 55.4% ਲੋਕੀ ਐਸਟਰੋਲੋਜੀ ਵਿੱਚ ਬਿਲੀਵ ਕਰਦੇ ਆ। ਈਵਨ ਜਿਹੜੀ ਰੀਗਨ ਦੀ ਵਾਈਫ ਸੀ, ਜੇ ਪ੍ਰੈਜ਼ੀਡੈਂਟ ਪਹਿਲੇ ਰਹੇ ਨੇ ਰੀਗਨ, ਉਹਨਾਂ ਦੀ ਵਾਈਫ ਤਾਂ ਬਿਨਾਂ ਐਸਟਰੋਲੋਜੀ ਦੀ ਹੈਲਪ ਦੇ ਕੋਈ ਕੰਮ ਹੀ ਨਹੀਂ ਕਰਦੇ ਸੀ। ਈਵਨ ਵਾਲਟ ਡਿਜ਼ਨੀ ਇੰਨੀ ਵੱਡੀ ਫਰਮ ਹੈ, ਕੰਪਨੀ ਹੈ, ਉਹਦੇ ਵਿੱਚ ਜੇ ਐਮਪਲਾਈਜ਼ ਰੱਖੇ ਜਾਂਦੇ ਨੇ ਅਤੇ ਉਹਨਾਂ ਦੀ ਡੇਟ ਆਫ ਬਰਥ ਦਾ ਟਾਈਮ ਲੈ ਕੇ ਉਹਨਾਂ ਦੀ ਕੁੰਡਲੀ ਬਣਾ ਕੇ ਫਿਰ ਉਹ ਰੱਖੇ ਜਾਂਦੇ ਕਿ ਸਾਡੇ ਕੰਪਨੀ ਵਿੱਚ ਆ ਕੇ ਇਹ ਕਿਤੇ ਗੜਬੜ ਤਾਂ ਨਹੀਂ ਕਰਨਗੇ, ਵੀ ਕੰਪਨੀ ਲਈ ਲਾਭਦਾਇਕ ਸਿੱਧ ਹੋਣਗੇ ਜਾਂ ਨੁਕਸਾਨਦਾਇਕ। ਬਿਲਕੁਲ। ਅਤੇ ਅਮਰੀਕਾ ਜਿਹੜਾ ਹੈ ਉਹਦੇ ਵਿੱਚ ਇੰਨੇ % ਲੋਕੀ ਬਿਲੀਵ ਕਰਦੇ। ਸਭ ਤੋਂ ਜ਼ਿਆਦਾ ਰਾਸ਼ੀਫਲ ਜਿਹੜਾ ਸੋਲਰ ਸਿਸਟਮ ਨਾਲ ਹੁੰਦਾ ਹੈ, ਸਨ ਸਾਈਨ ਨਾਲ ਹੁੰਦਾ, ਉਹ ਅਮਰੀਕਾ ਵਿੱਚ ਹੈ। ਸਾਡੇ ਤਾਂ ਫਿਰ ਵੀ ਰਾਸ਼ੀਆਂ 'ਤੇ ਹੁੰਦਾ ਹੈ। ਡਾਕਟਰ ਸਾਹਿਬ, ਕੋਈ ਪਾਰਟੀਆਂ ਦੀ ਦਸ਼ਾ ਦਿਸ਼ਾ ਦੇਖੀ ਹੈ? ਕਾਂਗਰਸ ਤੇ ਭਾਜਪਾ ਦਾ ਕੀ ਭਵਿੱਖ ਲੱਗਦਾ ਹੈ? ਬਿਲਕੁਲ ਸਰ, ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਵੀ ਅਸੀਂ ਕੋਈ ਕੈਲਕੂਲੇਸ਼ਨ ਕਰਦੇ ਹਾਂ ਉਹਦੇ ਵਿੱਚ ਦੇਖਿਆ ਜਾਂਦਾ ਹੈ ਕਿ BJP ਦਾ ਜਨਮ ਕਦੋਂ ਹੋਇਆ, ਕਾਂਗਰਸ ਦਾ ਜਨਮ ਕਦੋਂ ਹੋਇਆ, ਆਪ ਪਾਰਟੀ ਦਾ ਜਨਮ ਕਦੋਂ ਹੋਇਆ। ਥੋੜ੍ਹਾ ਜਿਹਾ ਪਿੱਛੇ ਚੱਲਦੇ ਹਾਂ, 2013 ਜਾਂ 14 ਦੇ ਵਿੱਚ ਜਦੋਂ ਇਹ ਚੇਂਜ ਹੋਣੀ ਸੀ ਸਰਕਾਰ, ਦਿੱਲੀ ਵਿੱਚ ਇੱਕ ਸੰਮੇਲਨ ਹੋਇਆ ਜਿੱਥੇ ਸਿਰਫ 4 ਐਸਟਰੋਲੋਜਰ ਨੂੰ ਇਨਵਾਈਟ ਕੀਤਾ ਸੀ। ਨਕਸ਼ਤਰ ਇੱਕ ਹੈਗੀ ਆਰਗੇਨਾਈਜੇਸ਼ਨ, ਉਹਨਾਂ ਨੇ ਕੀਤਾ ਸੀ। ਮੈਂ ਸੀ, ਡਾਕਟਰ ਅਜੇ ਭਾਂਬੀ ਅਤੇ 2 ਹੋਰ ਹੈਗੇ ਸੀ। ਸਾਨੂੰ ਟੌਪਿਕ ਦਿੱਤਾ ਗਿਆ ਸੀ ਕਿ ਕੌਣ ਬਣੇਗਾ ਪ੍ਰਧਾਨ ਮੰਤਰੀ। ਅਸੀਂ ਉੱਥੇ ਡਿਸਕਸ ਕੀਤਾ। ਇੱਕ ਤਾਂ ਹੁੰਦਾ ਕਿ ਜੀ ਮੋਦੀ ਬਣੇਗਾ, ਇੱਕ ਹੈ ਕੌਣ ਬਣੇਗਾ, ਲੇਕਿਨ ਇੱਕ ਐਸਟਰੋਲੋਜਰ ਇਸ ਤਰ੍ਹਾਂ ਨਹੀਂ ਬੋਲਦਾ, ਉਹ ਤਾਂ ਫਿਰ ਕਾਮਨ ਮੈਨ ਸੜਕ 'ਤੇ ਬੋਲ ਰਿਹਾ ਅਤੇ ਐਸਟਰੋਲੋਜਰ ਬੋਲ ਰਿਹਾ। ਅਸੀਂ ਇੱਕ ਦੀ ਕੁੰਡਲੀ ਜਿਹੜੀ ਹੈ ਉਹ ਉੱਥੇ ਡਿਸਕਰਾਈਬ ਕੀਤੀ ਕਿ ਕਿਉਂ ਬਣੇਗਾ, ਕਿ ਮੋਦੀ ਕਿਉਂ ਬਣੇਗਾ। ਇੱਕ ਹੋਰ ਇੰਟਰਸਟਿੰਗ ਗੱਲ ਦੱਸਾਂ ਕਿ ਹਿੰਦੁਸਤਾਨ ਵਿੱਚ ਜਿੰਨੇ ਵੀ ਪ੍ਰਧਾਨ ਮੰਤਰੀ ਬਣੇ ਨੇ ਹੁਣ ਤੱਕ, ਉਹਨਾਂ ਦੀ ਜਦੋਂ ਸਾੜ ਸਤੀ ਚੱਲ ਰਹੀ ਸੀ ਤਾਂ ਬਣੇ। ਇਹ ਸਾਡੇ ਕੋਲ ਰਿਕਾਰਡ ਹੈ।
ਤੇ ਅਸੀਂ ਉੱਥੇ ਡਿਸਪਲੇ ਕੀਤਾ ਸੀ ਕਿ ਮੋਦੀ ਦੀ 67 ਚੱਲ ਰਹੀ ਹੈ, ਰਾਹੁਲ ਗਾਂਧੀ ਦੀ ਵੀ ਚੱਲ ਰਹੀ ਹੈ, ਦੈਟਸ ਵਾਈ ਹੀ ਇਜ਼ ਪੈਰਲਲ ਟੂ ਮੋਦੀ। ਲੇਕਿਨ ਜੋ ਦਸ਼ਾ ਹੈ ਉਹ ਮੋਦੀ ਦੀ ਚੰਗੀ ਹੈ, ਤਾਂ ਮੋਦੀ 2014 ਵਿੱਚ ਐਜ਼ PM ਆ ਗਏ। ਫਿਰ ਅਸੀਂ ਉਸ ਵੇਲੇ ਇਹਨਾਂ ਦੀ ਆਪਣੇ ਦਿੱਲੀ ਦੇ ਚੀਫ ਮਿਨਿਸਟਰ ਦੀ ਅਰਵਿੰਦ ਕੇਜਰੀਵਾਲ ਜੀ ਦੀ, ਇਹ ਉਸ ਵੇਲੇ ਰੇਸ ਵਿੱਚ ਥੋੜ੍ਹੇ ਹੈਗੇ ਸੀ। ਅਸੀਂ ਇਹਨਾਂ ਦੀ ਵੀ ਕੁੰਡਲੀ ਉੱਥੇ ਕੀਤੀ। ਇਹਨਾਂ ਦਾ ਪੂਰਾ ਕਾਲਸਪ ਯੋਗ ਹੈ। ਕਾਲਸਪ ਦੋਸ਼ ਵਿੱਚ ਕੀ ਹੁੰਦਾ ਹੈ ਕਿ ਜਾਂ ਤਾਂ ਬੰਦਾ ਜ਼ਮੀਨ 'ਤੇ ਹੁੰਦਾ ਜਾਂ ਇੱਕਦਮ ਉੱਪਰ ਜਾਂਦਾ, ਅਰਸ਼ ਤੇ ਜਾਂ ਫਰਸ਼ ਤੇ। ਫਰਸ਼ 'ਤੇ। ਤੇ ਤੁਸੀਂ ਦੇਖੋ ਅਨਐਕਸਪੈਕਟਿਡਲੀ ਹੀ ਬਿਕੇਮ CM। ਇਹਨਾਂ ਦਾ ਕਾਲਸਪ ਵਿੱਚ ਕੀ ਹੁੰਦਾ ਹੈ ਕਿ ਨੀਲਾ ਰੰਗ ਬੜਾ ਫੇਵਰੇਬਲ ਹੁੰਦਾ ਹੈ। ਜਿਸ ਤਰ੍ਹਾਂ ਬਛੜੇ ਦੀ ਗੱਲ ਕੀਤੀ ਕਿ ਸ਼ਨੀ ਦੀ ਦਸ਼ਾ ਚੱਲ ਰਹੀ ਹੈ ਤੇ ਕਾਲੇ ਰੰਗ ਦਾ ਦਾਨ, ਤਾਂ ਬਛੜੇ ਦਾ ਦਾਨ ਹੋ ਗਿਆ। ਬੁੱਧ ਦੀ ਠੀਕ ਨਹੀਂ ਚੱਲ ਰਹੀ ਹੈ ਤਾਂ ਬੱਕਰੀ ਦਾ ਦਾਨ ਹੋ ਗਿਆ, ਹੈ ਨਾ। ਇਸੇ ਤਰ੍ਹਾਂ ਹਰ ਜਿਹੜਾ ਜਾਨਵਰ ਹੈ ਉਹ ਕਿਸੇ ਨਾ ਕਿਸੇ ਗ੍ਰਹਿ ਨਾਲ ਸੰਬੰਧਿਤ ਹੁੰਦਾ ਹੈ। ਅਰਵਿੰਦ ਕੇਜਰੀਵਾਲ ਦਾ 4 ਨੰਬਰ ਬੜਾ ਸਪੈਸੀਫਿਕ ਹੈ ਤੇ ਨੀਲਾ ਰੰਗ ਬੜਾ ਸਪੈਸੀਫਿਕ ਹੈ। ਰਾਹੂ ਦਾ ਹੁੰਦਾ ਨੀਲਾ ਰੰਗ। ਕਾਲਸਪ ਯੋਗ ਬੰਦਾ ਰਾਹੂ ਦੇ ਨਾਲ, ਰਾਹੂ ਤੇ ਕੇਤੂ ਦੇ ਨਾਲ ਸਾਰੇ ਗ੍ਰਹਿ ਇੱਕ ਸਾਈਡ ਆ ਜਾਣ, ਉਹ ਕਾਲਸਪ ਯੋਗ ਹੁੰਦਾ। ਤੁਸੀਂ ਹੁਣ ਕੋਈ ਫੋਟੋ ਨਿਕਾਲ ਕੇ ਦੇਖ ਲਓ ਕੇਜਰੀਵਾਲ ਜੀ ਦੀ, ਹਮੇਸ਼ਾ ਨੀਲਾ ਸਵੈਟਰ ਪਾਇਆ ਹੋਏਗਾ। ਦੇਖਿਆ ਕਦੇ? ਨਹੀਂ, ਧਿਆਨ ਕਰਾਂਗੇ ਅੱਗੇ। ਧਿਆਨ ਨਾਲ ਦੇਖਿਆ ਨਹੀਂ ਕਦੇ। ਬਿਲਕੁਲ ਧਿਆਨ ਕਰਨਾ। ਪਿਛਲੀ ਵੀਡੀਓ ਕੱਢ ਲੈਣਾ, ਫੋਟੋ ਕੱਢ ਲੈਣਾ, ਨੀਲਾ ਸਵੈਟਰ ਪਾਇਆ ਹੋਏਗਾ। ਬਾਕੀ ਹਰ ਜਿਹੜਾ ਕੈਂਡੀਡੇਟ ਹੈ ਉਹ ਕੋਈ ਨਾ ਕੋਈ ਕਲਰ ਕੋਡ ਜ਼ਰੂਰ ਇਸਤੇਮਾਲ ਕਰ। ਚੰਨੀ ਦੀ ਲੋਈ ਪਿੱਛੇ ਵੀ ਮਤਲਬ ਕੋਈ ਰਾਜ ਹੈਗਾ ਜਾਂ ਚਿੱਟੇ ਰੰਗ ਪਿੱਛੇ? ਚਿੱਟਾ ਰੰਗ ਤਾਂ ਹੈ ਹੀ। ਚਿੱਟਾ ਰੰਗ, ਲਾਲ ਪੱਗ ਤੇ ਕੈਪਟਨ ਸਾਹਿਬ ਦੀ ਜਿਹੜੀ ਬਲੂ, ਲਾਈਟ ਬਲੂ, ਸਕਾਈ ਬਲੂ। ਆਪਣੇ ਮਨਮੋਹਨ ਸਿੰਘ ਜੀ ਦੀ ਉਹ ਵੀ ਸਕਾਈ ਬਲੂ, ਤੇ ਇੱਧਰ ਨਹੀਂ ਹਟੇ, ਇੱਧਰ ਉੱਧਰ ਨਹੀਂ ਹੋਏ। ਤੇ ਹਰੇਕ ਦਾ ਇੱਕ ਰੰਗ ਜਿਹੜਾ ਹੈ ਉਹ ਸੂਟ ਕਰਦਾ ਹੈ। ਸੋ ਮਦਨ ਗੁਪਤਾ ਸਪਾਟੂ ਜੀ ਦੀ ਜੇਕਰ ਆਪਾਂ ਗੱਲ ਸਹੀ ਮੰਨੀਏ ਤਾਂ ਹਾਲ ਦੀ ਘੜੀ ਪੰਜਾਬ ਦੇ ਜੋ ਹਾਲਾਤ ਗ੍ਰਹਿਾਂ ਦੇ ਹਿਸਾਬ ਨਾਲ ਚੱਲ ਰਹੇ ਨੇ, ਪੰਜਾਬ ਦੀ ਵਾਗਡੋਰ ਜਿਹੜੀ ਹੈਗੀ ਹੈ ਜਾਂ ਤਾਂ ਚਰਨਜੀਤ ਚੰਨੀ ਦੇ ਹੱਥ ਆਏਗੀ ਤੇ ਜਾਂ ਆਏਗੀ ਭਗਵੰਤ ਮਾਨ ਦੇ। ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਇਸ ਦੌੜ ਦੇ ਵਿੱਚ ਗ੍ਰਹਿਾਂ ਦੀ ਦਸ਼ਾ ਤੇ ਦਿਸ਼ਾ ਦੇ ਹਿਸਾਬ ਨਾਲ ਹਾਲੇ ਤੱਕ ਨਹੀਂ ਹੈਗੇ। ਕੱਲ ਜ਼ਰੂਰ ਇੱਕ ਵੱਡਾ ਪਰਿਵਰਤਨ ਜਿਹੜਾ ਗ੍ਰਹਿਾਂ ਦੇ ਵਿੱਚ ਹੋਣਾ ਹੈਗਾ ਤੇ ਉਸ ਤੋਂ ਅਗਲੇ ਦਿਨ, ਭਾਵ ਮੋਟੇ ਤੌਰ ਤੇ ਕਹੀਏ 24 ਘੰਟੇ ਬਚੇ ਹੋਏ ਨੇ, ਜਿਸ ਦੌਰਾਨ ਗ੍ਰਹਿਾਂ ਨੇ ਉੱਪਰ ਥੱਲੇ ਹੋਣਾ ਹੈਗਾ। ਤੇ ਤੁਹਾਨੂੰ ਹੋਰ ਕੋਈ ਪੰਜਾਬ ਦੇ ਸਿਆਸਤਦਾਨ ਕੈਪਟਨ ਅਮਰਿੰਦਰ ਤੋਂ ਬਾਅਦ ਕੋਈ ਬੱਕਰੀ ਦਾਨ ਕਰਦਾ ਦਿਖ ਜੇ, ਕੋਈ ਕੱਟਾ ਦਾਨ ਕਰਦਾ ਦਿਖ ਜੇ, ਜਾਂ ਹੋਰ ਕੋਈ ਇੱਦਾਂ ਦਾ ਕਾਰਜ ਕਰਦਾ ਦਿਖਦੇ, ਤਾਂ ਜ਼ਰੂਰ ਉਹ ਕਿਸੇ ਜੋਸ਼ੀ ਦੀ ਸਲਾਹ ਤੇ ਇਹੋ ਜਿਹਾ ਕਰ ਰਿਹਾ ਹੋਏਗਾ ਤਾਂ ਕਿ ਆਪਣਾ ਸਿਆਸੀ ਭਵਿੱਖ ਆ ਜਿਹੜਾ ਉਹ ਰੋਸ਼ਨ ਕਰ ਸਕੇ। ਤੇ ਇਹ ਗ੍ਰਹਿਾਂ ਦੀ ਦਸ਼ਾ ਕਿੰਨੀ ਕੁ ਸਟੀਕ ਸਾਬਤ ਹੁੰਦੀ ਹੈ ਭਗਵੰਤ ਮਾਨ ਤੇ ਜਾਂ ਚਰਨਜੀਤ ਚੰਨੀ ਤੇ, ਇਹ 10 ਮਾਰਚ ਨੂੰ ਸਾਹਮਣੇ ਆ ਹੀ ਜਾਏਗਾ। ਵਿਜੇ ਪ੍ਰਦੀਪ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਚੰਡੀਗੜ੍ਹ।